ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਮਾਨ ਸਿੰਘ ਸੰਧੂ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਭਾਈ ਚੈਨ ਸਾਹਿਬ ਜੀ ਖੇਮਕਰਨ ਤਰਨਤਾਰਨ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਮਾਨ ਸਿੰਘ ਜੀ ਬਹੁਤ ਹੀ ਧਾਰਮਿਕ ਬਿਰਤੀ ਵਾਲੇ ਅਤੇ ਵਿਲੱਖਣ ਪ੍ਰਤਿਭਾ ਦੇ ਮਾਲਕ ਇਨਸਾਨ ਸਨ। ਆਪ ਜੀ ਦਾ ਜਨਮ ਸਨ 1925 ਵਿੱਚ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਵਿੱਚ ਪਿੰਡ ਮੱਤਾ ਵਿਖੇ ਪਿਤਾ ਸਰਦਾਰ ਚੰਦਾ ਸਿੰਘ ਜੀ ਦੇ ਘਰ ਮਾਤਾ ਈਸ਼ਵਰ ਕੌਰ ਹੁਣਾਂ ਦੀ ਕੁੱਖੋਂ ਹੋਇਆ। ਆਪ ਜੀ ਨੇ ਉਰਦੂ ਭਾਸ਼ਾ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ ਆਪਣੇ ਪਿਤਾ ਤੇ ਭਰਾਵਾਂ ਦੇ ਨਾਲ ਖੇਤੀਬਾੜੀ ਦੇ ਕੰਮ ਵਿੱਚ ਰੁੱਝ ਗਏ। ਆਪ ਜੀ ਦਾ ਵਿਆਹ ਸਰਦਾਰਨੀ ਹਰਬੰਸ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 6 ਪੁੱਤਰਾਂ ਅਤੇ 2 ਪੁੱਤਰੀਆਂ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਆਪ ਜੀ ਨੇ ਖੁਦ ਸਾਰੀ ਉਮਰ 10 ਨੌਹਾਂ ਦੀ ਕਿਰਤ ਕੀਤੀ ਅਤੇ ਆਪਣੇ ਬੱਚਿਆਂ ਨੂੰ ਵੀ ਕਿਰਤ ਕਮਾਈ ਕਰਨ ਦੀ ਸਿੱਖਿਆ ਦਿੱਤੀ। ਬਾਪੂ ਜੀ ਦੇ ਚੰਗੇ ਸੰਸਕਾਰਾਂ ਦੀ ਬਦੌਲਤ ਮੌਜੂਦਾ ਸਮੇਂ ਵਿੱਚ ਆਪ ਜੀ ਦੇ 6ਵੇਂ ਪੁੱਤਰ ਇਕੱਠੇ ਰਹਿ ਰਹੇ ਹਨ ਅਤੇ ਸਾਂਝੇ ਪਰਿਵਾਰ ਦੀ ਮਿਸਾਲ ਕਾਇਮ ਕਰ ਰਹੇ ਹਨ। ਆਪ ਜੀ ਦੇ 5 ਪੁੱਤਰ ਸਰਦਾਰ ਜਸਵੰਤ ਸਿੰਘ, ਮੰਗਲ ਸਿੰਘ, ਦਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਹਰਦੀਪ ਸਿੰਘ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ ਹਨ, ਜਦੋਂ ਕਿ ਆਪ ਜੀ ਦੇ ਬੇਟੇ ਸਰਦਾਰ ਹਰਭਜਨ ਸਿੰਘ ਜੀ ਵਪਾਰ ਅਤੇ ਆੜਤ ਦਾ ਕੰਮ ਕਰ ਰਹੇ ਹਨ ਤੇ ਨਾਲ ਹੀ ਨਾਲ ਸਮਾਜ ਸੇਵਾ ਵਿੱਚ ਲੱਗੇ ਹੋਏ ਹਨ। ਆਪ ਜੀ ਦੇ ਬੇਟੇ ਹਰਭਜਨ ਸਿੰਘ ਜੀ ਨਗਰ ਪੰਚਾਇਤ ਖੇਮਕਰਨ ਦੇ ਵਾਈਸ ਪ੍ਰਧਾਨ ਵੀ ਹਨ ਤੇ ਨਾਲ ਹੀ ਨਾਲ ਆੜਤੀ ਯੂਨੀਅਨ ਖੇਮਕਰਨ ਦੇ ਪ੍ਰਧਾਨ ਵੀ ਹਨ। ਬਾਪੂ ਜੀ ਦੇ ਪੋਤਰੇ ਸਰਦਾਰ ਜੁਗਰਾਜ ਸਿੰਘ ਜੀ ਯੂਕੇ ਵਿੱਚ ਅਤੇ ਅਰਸ਼ਦੀਪ ਸਿੰਘ ਜੀ ਆਸਟ੍ਰੇਲੀਆ ਵਿੱਚ ਆਪ ਜੀ ਦੇ ਨਾਮ ਨੂੰ 4 ਚੰਨ ਲਗਾ ਰਹੇ ਹਨ, ਜਦੋਂ ਕਿ ਆਪ ਜੀ ਦੇ ਬਾਕੀ ਪੋਤਰੇ ਸੁਖਰਾਜ ਸਿੰਘ, ਭੁਪਿੰਦਰ ਸਿੰਘ, ਦਿਲਬਾਗ ਸਿੰਘ, ਅਮਨਪ੍ਰੀਤ ਸਿੰਘ, ਅਤਿੰਦਰਪਾਲ ਸਿੰਘ, ਰਮਨਦੀਪ, ਪ੍ਰਭਦੀਪ, ਗਗਨਦੀਪ ਤੇ ਜੋਬਨਪ੍ਰੀਤ ਪੜ੍ਹਾਈ ਦੇ ਨਾਲ-ਨਾਲ ਆਪਣੇ ਕਾਰੋਬਾਰ ਨੂੰ ਵੀ ਸੰਭਾਲ ਰਹੇ ਹਨ। ਸਰਦਾਰ ਮਾਨ ਸਿੰਘ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਨੋ ਮਨੋ ਅਤੇ ਤਨੋ ਤਿਆਰ ਰਿਹਾ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬਾਣੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬਾਣੀ ਨਾਲ ਹਰ ਇੱਕ ਨੂੰ ਆਪਣੇ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਬਾਪੂ ਮਾਨ ਸਿੰਘ ਜੀ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
रंग ले जाए सुते जीरा सजन मेरे रंग ले जाए सुते जीरा आंबी मर जा दो मणि आंबी
ਸਿਮਰਿਓ ਸਿਰਜਣਹਾਰੋ ਦੇਵ ਸਜਣ ਅਸੀਂ ਸਰਣੀਆਂ ਜੋ ਹੋਵੇ ਸਾਹਿਬ ਸਿਉਮੇ ਹੋਵੇ ਸਾਹਿਬ ਸਿਉਮੇ ਹੋਵੇ ਸਾਹਿਬ ਸਿਉਮੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਗਾ ਤੁਮ ਮੇਰੇ ਨਿਰਭਉ ਕਾ ਸੋਹੇਗਾ ਮੇਰੇ ਨਿਰਭਉ ਮੇਰੇ ਨਿਰਭਉ
सब दरवाजे बंद इना प्यारे भाइया अगे दिता बंद देखो बंदा चलिया देखो देखो बंदा सिमरन भजन दया नहीं कीनी तो मुख चोटा खाएगा धर्म राय जब लेखा मांगे क्या मुख लेके जाएगा कहे कबीर सुनो रे संतो कहे कबीर सुनो रे संतो साध संगत तर जाएगा साध संगत तर जाएगा कर कर हे हो पहुंचा सदड़े नित पवन सदन हारा सिमरिया नानक से दे पवन शब्द दियां आखिरी पंक्तियां सतगुरु श्री गुरु नानक साहब जी की पावन बाणी सोहला साहब का ये शब्द गुरसिख संतान रात को विश्राम कर लगे इस बाणी का पाठ आप करते हैं गुरसिखा का महापुरुषों का ये विचार है विश्वास है कि कोई भी भाई भाई जदों इस बाणी का सिमरन करके रात को विश्राम करे रब ना करे सुत्या प्यार के श्वास निकल जान सतगुरु फिर उन्होंने जमा तो बचा लेते हैं ये वड्याई है गुरु दी बाणी बहुत सारे लोग ऐसे जो सुते ही रह जाते हैं सवेरे उठते ही श्वास निकल जाते हैं इसलिए महाराज कहते ये सोधा दी बाणी पढ़ के सबो पाए खुदा का वास्ता ऐसा हो जाए श्वास निकल जाए गुरु की वड्याई बाणी दी बादशाह जमा तो बचा लेते हैं भाई साहब भाई मरदाना जी शरीर विच उम्र च वड्डे से शब्दां तो वो समा भी आया जिस वेले गिनती दे श्वास बाकी ने ते सतगुरु जी ने जान लिया भाई साहब भाई मरदाना का शरीर निढार होया है एक आसन ते सतगुरां ने लिटा दिता है जान लिया भी हुण भाई मरदाना थोड़े समय का प्राण है शरीर छड़ देना है जन्म साखी विच के वचन आउंदे ने पातशाह ने इस अपने मित्र दे नाल अपने चेले दे नाल अपने भाई दे नाल अपना भरा बनाया ना भाई मरदाना एक दो गल्लां कीतियां जो साडे लिए बड़ी सिक्ख्यादायक है पातशाह ने पूछा भाई मरदाना समा श्वास थोड़े रह गए हैं ये शरीर तेन छड्डना पैना कोई दिल विच गल बलबला रह गया होवे ते साझी कर दे भाई मरदाना साहब की अखा में अथरू आ गए पातशाह ने पूछा भाई मरदाना जी मौत तो डर लगता अखा में अथरू आ गए ने आख्या नहीं महाराज ये अथरू मौत के डर दे थोड़ा नहीं ये तो तेरे प्यार दे हैं इन अखा नाल तेरे दर्शन रोज होंदे सी हुण होया नहीं करदे
महाराज एक गल पूछनी है, पातशाह ये दसो तुहाडे विच ते मेरे च फर्क ते कोई नहीं? तुसीं भी डूम ते मैं भी डूम। डूम कहते ने रागी नूं, ढाडी नूं, रब दे गुण गाउण वाले। महाराज तुसीं पार ब्रह्म परमेश्वर दे डूम, मैं तुहाडा डूम। दसो तुहाडे ते फर्क मेरे विच फर्क कोई नहीं ना? सतगुरु मुस्कुराए, हाँ मर्दानिया सच क्या है, तेरे विच ते मेरे विच कोई फर्क नहीं। तू मेरा रूप हो गया, तू बाणी दा रूप हो गया। और कोई गल पूछनी? महाराज वो एक ही गल इच्छा वो मेरी तुसी पूरी कर देनी। वो की? सतगुरां ने पूछा। भाई साहब कहने लगे, महाराज जिवें दुनिया दे आपां विचरे आ, तुसी मैनूं अगे भेजदे सो। मुसीबतां आईयां, बड़ी बड़ी मैनूं मारन दा यतन कीता, कदी कौड़े राक्षस ने, कदी बदी खिलारी ने, कदी बंगाल दियां जादूगरनियां, पता नहीं किथे किथे तुहानूं याद करदा सी, तुसी आके छड़ा लेंदे सी, वो पापी का भी उद्धार कर देंदे सी। पातशाह जदों मैं शरीर छड्डां, अल्लाह दी दरगाह विच जावां, उत्थे भी तुसी अगे खड़े हो, ये मेरी आखिरी इच्छा। ते पातशाह ने बचन कीते, हाँ मर्दानिया तू तां बाणी पढ़ी है, बाणी का रूप हो गया, तेरा तां अगे गुरु नानक खड़ा ही होवेगा। ये जिहड़ी बाणी है ना, आपां संगीत विच पा के गाई है। कोई भी माई भाई, किसी भी जाति मजहब का इंसान इस बाणी को पढ़ेगा, गुरु नानक का उहदा भी सहाय होएगा। आखो सतनाम सही वाली। हुण एक गल भाई मर्दाना जी नूं सतगुरां ने पूछी, वो साझी करके फिर की समाप्ति कराए। सतगुरां ने पूछा, भाई मर्दाना तेरा मुसलमानी धर्म, तेरी इच्छा होवे तेरी देह नूं, मृतक शरीर नूं कबर पट के दफना देवां, उत्ते सुंदर पत्थर ला देवां, ईंटां ला देवां, तेरी पूजा होया करे, दीवा जगया करे। ध्यान देना सत्संग, ये साडे लई तुहाडे लई बड़ी ध्यान देण वाली गल है। जदों साखी च लिखिआ, जदों महाराज ने ये बचन कहे ना, भाई मर्दाना एकदम तोला हो के हाथ जोड़ के बेनती की, नाम बाबा नाम, ये काम ना करी, तेरी बाणी जप के इस देही रूपी कब्र विचों हुण मैं आजाद हो जाना है, ते मैनू दोबारा ईंटां दी कब्र विच पाए। पातशाह जी काम ना करी, अपने हथी अपने पवित्र हत्थां नाल अपने इस सेवक दा दाह संस्कार करे। ते साध संगत जी, सतगुरां ने अपने सेवक की इच्छा पूरी की। अपने हथी अफगानिस्तान का एक नगर है जिसका नाम कुन्नर करके पैदा है, अपने सेवक का दाह संस्कार किया। भाई मर्दाना जी साडे लिए एक सवाल छड्ड गए कि मैं मुसलमान गुरु की गल नूं मन्निया, बाणी नूं मन्निया, बाबे दी बाणी, इट्टां नूं, पत्थरां नूं, मूर्तियां नूं पूजण तो, कबरां नूं पूजण तो मना करदी है। शब्द नूं पूजना, शब्द दे के मत्था टेकना। गुरु नानक दे सिखाउण वालिओ कि तुसीं कदे इस तरह करदे हो, बड़ियां नूं मत्थे ते नहीं टेकदे, कबरां दी पूजा ते नहीं करदे, बुत पूजा दे मगर ते नहीं लगे हुए। जिन्हां दा धर्म है उन्हां नूं मुबारक, पर गुरु नानक दे सिख दा फर्ज नहीं कि वो गुरु दा शब्द छड्ड के होर पासे ये शीश झुकावे। ये सिर तुहाडा नहीं है भाई। सिख दे घर जन्म लैण वाले बच्चे का ये सिर गुरु नानक दी दात है। नाल लगदी भी बेनती करा,
कई बार देखी था निके निके बच्चों के केस मां कटा के ते बेफिक्र होइयां फिरदियां, बड़ा वड्डा पाप है भाई। ये केस तुसीं दिते सी जिहड़े तुसीं कटा रहे हो, बहुत वड्डा पाप है। ये गुरु नानक की दात है बच्चे के सिर ते। बच्चा अनजान है, उन्होंने नहीं पता, पर तुसीं जाने अनजाने ये वड्डा पाप करते हो जे उहदे सिर तो केस कटाते हो। हाँ, बच्चा 16-18 साल का है, समझदार है, फिर उसको पता है वो पापी है, वो देनदार है। पर जब अनजान है 6 साल 8 साल 10 साल 12 साल का बच्चा तुसीं फड़ के नाई को लै जाओ ते पाप किहनूं लगना है? लेखा किहदा होना है? तुहाडा होना है, साडा होना है। ये गुरु नानक की दात, सानू तुहानू कोई हक नहीं कि ये सिक्खी तो बच्चे नूं दूर करिए। जे करते हैं भुल ते सचेत हो जाइए, गुरु तो माफी मंग लीए, महाराज ये तुहाडी दात है, असीं नहीं कटावांगे, असीं पापां दे भागी नहीं बनांगे। तेरी बाणी पढ़ के तब महाराज मुसलमान तर गए, असीं तेरे सिख हो के ये गलतियां करिए। इसलिए भाई कर करके हो पाहुचा सदड़े पवन सतनहारा सिमरिए नानक से दे पवन, नानक से दे पवन धन धन साहिब श्री गुरु ग्रंथ साहिब जी महाराज सतगुरु जी आप जी के चरणा कमलों पास अरदास बेनती है। जिहा चीरी लिखिया तेहा हुक्म कमाए, कले आवे नानकाल सदे उठी जाहे दे पवित्र महावाक्य अनुसार सतगुरु जी आप जी के दर घर दे सिख सेवक सरदार मान सिंह जी संधू सतगुरु जी आप जी के दिते हुए विश्वासां पूरे करते हैं। अकाल चलाना कर गए हैं, परिवार को संदीपी विछोड़ा दे गए हैं सतगुरु जी। विछड़ी प्राणी की आत्मिक शांति रूह की कल्याणता वास्ते बाकी उन्होंने सारे ही छोटे बड़े परिवार वालों मिल करके वो आसरा लै करके परिवार ने अपने ग्रह के श्री अखंड पाठ साहिब जी के संपूर्ण भोग खवाई। भोग की समाप्ति उपरंत सतगुरु जी गुरुद्वारा भाई जैन साहब जी विखे आप जी पवित्र हजूरी में दीवान सजाए गए सचे दीवानंद सतगुरु जी आप जी के हजूर अरबी गुरबाणी का हरजा सा कीर्तन गायन होया। सतगुरु जी हजूरी आगे जथे पासों अरबी गुरबाणी के हरजा सा कीर्तन गायन करते हैं, बाणी पढ़ते हैं, अरदास बेनती करते हैं, परिवार वालों सेवा करते हैं। मुझे बुला की क्षमा करनी मेरे पर्याप्त रखो, शुद्ध बाणी सेवा करता बल बख्शो। इस बड़ी सुने अरबी गुरबाणी का भाव विछड़ी रूह बख्शिश करना, विछड़ी प्राणी को अपने चरणों में निवास बख्शना, पिछे परिवार को साग संबंधियों भाना मनन का बल बख्शिश करना, परिवार की की हुई सेवा लेके चलानी सतगुरु जी किरत कमाइयां सफलियां करनियां आप जी पवित्र हजूरी में परिवार वालों कड़ा प्रसाद की देव साथ की हाजरी दर प्रवान हुई परवान होया प्रसाद संगत में बरतन की आज्ञा बख्शो। सरदार मान सिंह जी संधू उन्होंने अंतिम अरदास के सतगुरु जी आप जी के पवित्र दरबार में संगतां ने हाजरियां भरियां, संगतां की हाजरी दर प्रवान करनी, तिल फुल भेटा प्रवान करनी, कदम लेके भी चलाओ। सतगुरु जी मेरे पर्याप्त गुरु संगतां अपने घरों करो, नामदान गुरु सिक्खी की दात बख्शो, सेवा समर्पण करता बल बख्शो। हुक्मनामे बख्श के संगत को निहाल करो सही प्यारे मेल जिन्ना मिलिया तेरा नाम चेते आवे नानक नाम जपदी करो तेरे भावे सर्वत दा दोहरा गया भैया काल की तब चलायो सब सिखर को कमाए गुरु माने ग्रंथ
मानियो प्रगट गुणां की दे जो प्रभु को मिला पहुँचाए खोज शब्द में ले राज करेगा खालसा आकी रहे न द्वार हुए सब मिलेंगे बचाए शरण जो वाहिगुरु नाम जहाज चढ़े सो तज जो शरदा कर सेवन वाहिगुरु पार उतारन जो शरदा कर सेवन वाहिगुरु पार उतारन हार बोले सोनिहाल सत श्री अकाल वाहिगुरु जी का खालसा वाहिगुरु जी की फतेह। श्री वाहिगुरु साहिब जी जय तसरी महला चौथा घर पहला चौपदी एक ओंकार सतगुर प्रसाद मेरा हियर रतन नाम हर बसिया गुर हाथ धरियो मेरा मथा जन्म जन्म की केला भिख दुख उतरे गुर नाम दियो ऋण लथा मेरा हियर रतन नाम हर बसिया गुर हाथ धरियो मेरा मथा जन्म जन्म की केला भिख दुख उतरे गुर नाम दियो ऋण लथा मेरे मन भज राम नाम सब अर्था गुर पूरा हर नाम दृढ़ाया दिन नावे जीवन बिरथा रहाऊ बिना गुर मूढ़ भय है मन मुख ते वो माया नित पथा तिन साधु चरण ना सेवे कबहू तिन सब जन्म अकथा जिन साधु चरण साध भग सेवे तिन सफल जन्म सनथा मोका की जय दास दास दासन को हर दया तार जगन्नाथा हम दले ज्ञानहीन अज्ञानी क्यों चल मार्ग पंथा हम अंगले को गुर अंचल दीजै जन नानक चल मिलंथा हम अंगले ज्ञानहीन अज्ञानी क्यों चल मार्ग पंथा हम अंगले को गुर अंचल दीजै जन नानक चल मिलंथा वाहिगुरु जी का खालसा वाहिगुरु जी की फतेह। मैरिज मर्डर दुनिया नासवान है सो सारे ही पावन धार्मिक ग्रंथों के अनुसार मनुख ने जब इस धरती के किसी भी जीव ने जो इतने आया है उसने आकर में तो तुम जाना और धन धन साहब श्री गुरु ग्रंथ साहब महाराज सच्चे पातशाह जीवित गुरु साहिबान ने और सत्कारयोग भगतां की जिहड़ी गुरबाणी है ਉਹਦੇ ਵਿੱਚ बहुत जगह पे जिहड़ी मौत की अटल सच्चाई है उसनूं गुरु साहब विच गुरु ग्रंथ साहब च अंकित किया गया। सो जदों किसी प्राणी को पता है कि मैं इतने फिर नहीं रहना है तो चले जाना है सो वो जदों मौत का डर होता है तो फिर वो कोई
ਇਹੋ ਜਿਹੇ ਕੰਮ ਕਰਨ ਤੋਂ ਜਿਹੜਾ ਅੰਗਰੇਜ਼ ਕਰਦਾ ਔਰ ਧਰਮ ਦੀ ਕਿਰਤ ਕਰਦਾ। ਸੋ ਮੈਂ ਜਿੱਥੋਂ ਤੱਕ ਇਸ ਪਰਿਵਾਰ ਦੀ ਗੱਲ ਹੈ, ਸੋ ਇਸ ਪਰਿਵਾਰ ਨੇ ਸਿੱਖ ਧਰਮ ਦੇ ਬਾਨੀ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਜਿਹੜਾ ਮਾਰਗ ਵਿਖਾਇਆ ਗਿਆ ਕਿ ਘਾਲ ਖਾਏ ਕਿਸੇ ਹੱਥੋਂ ਤੇ ਨਾਨਕ ਰਾਹ ਪਛਾੜੇ ਸੇ। ਸੋ ਉਹਨਾਂ ਨੇ ਜਦੋਂ ਉਹਨਾਂ ਦੀ ਬੜੀ ਬਿਰਧ ਅਵਸਥਾ ਹੋਈ ਗੁਰੂ ਨਾਨਕ ਸਾਹਿਬ ਦੀ, ਤਾਂ ਕਰਤਾਰਪੁਰ ਦੀ ਧਰਤੀ ਤੇ ਹਲ ਦੀ ਜੰਗੀ ਫੜ ਕੇ ਉਹਨਾਂ ਨੇ ਜਿਹੜਾ ਹਲ ਚਲਾਇਆ ਔਰ ਮਨੁੱਖਤਾ ਨੂੰ ਜਿਹੜਾ ਇਹ ਸੰਦੇਸ਼ ਦਿੱਤਾ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਘਾਲ ਕਰਕੇ ਉਸ ਕਮਾਈ ਨੂੰ ਖਾਣਾ ਔਰ ਉਸ ਦੇ ਵਿੱਚੋਂ ਲੋੜਵੰਦਾਂ ਨੂੰ ਕੁਝ ਨਾ ਕੁਝ ਜਿਹੜਾ ਹੈ ਪੁੰਨ ਦਾਨ ਕਰਨਾ ਹੈ, ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ। ਸੋ ਇਸ ਪਰਿਵਾਰ ਦੇ ਹਿੱਸੇ ਇਹ ਗੱਲ ਆਈ, ਬਾਪੂ ਮਾਨ ਸਿੰਘ ਜੀ ਨੇ ਆਪਣੇ ਸਾਰੇ ਪੁੱਤਰਾਂ ਔਰ ਉਹਨਾਂ ਨੇ ਐਸੀ ਸਿੱਖਿਆ ਦਿੱਤੀ, ਸਾਰੇ ਲੋਕ ਇੱਥੇ ਆਪਣੇ ਜਿੰਨੇ ਆਪਾਂ ਸੰਗਤ ਬੈਠੀ ਹੈ ਜਾਣਦੇ ਹਾਂ ਕਿ ਇਸ ਪਰਿਵਾਰ ਨੇ ਕਿੰਨੀ ਆਪਣੇ ਹੱਥਾਂ ਦੇ ਨਾਲ ਮਿਹਨਤ ਕੀਤੀ ਔਰ ਗੁਰੂ ਨਾਨਕ ਸਾਹਿਬ ਨੇ ਇਸ ਕਮਾਈ ਨੂੰ ਬਹੁਤ ਹੀ ਭਾਗ ਲਾਏ। ਅੱਜ ਉਹ ਤਰੱਕੀ ਦੀਆਂ ਜਿਹੜੀਆਂ ਸਿੱਖਾਂ ਨੂੰ ਪਰਿਵਾਰ ਛੂਰਿਆ ਹੈ। ਸੋ ਇੱਥੋਂ ਇੱਕ ਸਿੱਖਿਆ ਲੈਣੀ ਬਣਦੀ ਹੈ ਬਾਪੂ ਦੇ ਮਾਨ ਸਿੰਘ ਦੇ ਪਰਿਵਾਰ ਤੋਂ ਕਿ ਇੱਕ ਨਵੇਂ ਪੈਸੇ ਇਹਨਾਂ ਦੇ ਵਿੱਚ ਜਿਹੜੀ ਆ ਕੋਈ ਪਾਸੋਂ ਕੋਈ ਗਲਤ ਕਮਾਈ ਨਹੀਂ ਹੈ, ਪਰ ਫਿਰ ਵੀ ਗੁਰੂ ਸਾਹਿਬ ਨੇ ਜਿੱਥੇ ਇਹਨਾਂ ਨੂੰ ਗੁਰੂ ਘਰ ਦਾ ਪਿਆਰ ਬਖਸ਼ਿਆ, ਉੱਥੇ ਜਿਹੜੀ ਦੁਨਿਆਵੀ ਤੌਰ ਤੇ ਜਿਹੜੀਆਂ ਤਰੱਕੀਆਂ ਨੇ ਉਹਦੇ ਵੱਲੋਂ ਵੀ ਕੋਈ ਗੁੰਜਾਇਸ਼ ਬਾਕੀ ਨਹੀਂ ਛੱਡੀ। ਸੋ ਪਰਿਵਾਰ ਦਾ ਬਹੁਤ ਸਾਰਾ ਜਿਹੜਾ ਪ੍ਰੇਮ ਪਿਆਰ ਆ ਉਹ ਸਾਰੇ ਆਪਾਂ ਵੇਖ ਰਹੇ ਆ ਕਿ ਕਿੰਨਾ ਠਾਠਾ ਮਾਰਦਾ ਇਕੱਠਾ, ਇਹ ਸਾਰੀ ਬਾਪੂ ਜੀ ਦੀ ਹੀ ਸਿੱਖਿਆ ਸੀ। ਸੋ ਸਾਡੇ ਕੋਲ ਇੱਥੇ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਬਹੁਤ ਸਾਰੀਆਂ ਸੰਗਤਾਂ ਆਈਆਂ ਨੇ। ਸਾਡੇ ਕੋਲ ਕਾਰ ਸੇਵਾ ਵਾਲੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਗੁਰਦੁਆਰਾ ਬਾਬਾ ਚੈਨ ਸਾਹਿਬ ਦੀ ਬਹੁਤ ਆਲੀਸ਼ਾਨ ਜਿਹੜੀ ਬਿਲਡਿੰਗ ਆ ਉਹ ਤਿਆਰ ਕਰਕੇ ਸੰਗਤਾਂ ਦੇ ਹਵਾਲੇ ਕੀਤੀ ਔਰ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਗੁਰੂ ਸਾਹਿਬ ਦੀ ਜਿਹੜੀ ਬਿਲਡਿੰਗ ਆ ਬਹੁਤ ਆਲੀਸ਼ਾਨ ਬਿਲਡਿੰਗਾਂ ਗੁਰੂ ਘਰ ਦੀਆਂ ਤਿਆਰ ਕਰਕੇ ਜਿੱਥੇ ਇਲਾਕੇ ਦੇ ਵਿੱਚ ਸੰਗਤਾਂ ਦੀ ਔਰ ਗੁਰੂ ਘਰਾਂ ਦੀ ਸੇਵਾ ਕੀਤੀ, ਉੱਥੇ ਖੇਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕੀਤੀ। ਸੋ ਉਹ ਵੀ ਅੱਜ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਾਡੇ ਕੋਲ ਮੌਜੂਦ ਨੇ। ਵੱਖ-ਵੱਖ ਪਾਰਟੀਆਂ ਦੇ ਲੀਡਰ ਸਾਹਿਬਾਨ, ਪਿੰਡਾਂ ਤੋਂ ਪੰਚ ਸਰਪੰਚ ਸਾਹਿਬਾਨ, ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਸਾਰੇ ਸੱਜਣ ਬੈਠੇ ਆ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਸੱਜਣ ਆ, ਇੱਕ ਦੋ ਸੱਜਣ ਜਿਹੜੇ ਆ ਉਹ ਬਾਪੂ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ। ਸੋ ਆਪਾਂ ਬਹੁਤ ਲੰਬਾ ਪ੍ਰੋਗਰਾਮ ਨਹੀਂ ਕਰਨਾ, ਸਿਰਫ 10-15 ਮਿੰਟਾਂ ਦੇ ਵਿੱਚ ਆਪਾਂ ਸਮਾਪਤੀ ਕਰਨੀ ਆ। ਇਹ ਬੁਲਾਰਿਆਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਇੱਕ ਮਿੰਟ 2-2 ਮਿੰਟ ਸਿਰਫ ਜਿਹੜੇ ਆ ਉਹ ਸੰਕੋਚ ਕੇ ਸ਼ਬਦਾਂ ਦੇ ਨਾਲ ਬਾਪੂ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ। ਸੋ ਸਭ ਤੋਂ ਪਹਿਲਾਂ ਮੈਂ ਜਥੇਦਾਰ ਕਿੰਕਰ ਸਿੰਘ ਜੀ ਚੱਠੂ ਜਿਹੜੇ ਖੇਮਕਰ ਤੋਂ ਇੱਕ ਤਰ੍ਹਾਂ ਬਾਪੂ ਜੀ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਔਰ ਬਾਪੂ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ। ਸਾਧ ਕਿੰਕਰ ਸਿੰਘ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਾਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਗੁਰੂ ਖਾਲਸਾ ਸਤਿ ਸ੍ਰੀ ਜੀ, ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਾਨ ਸਿੰਘ ਬਾਰੇ ਮੇਰਾ ਵੀਰ ਛੋਟਾ ਦੱਸ ਰਿਹਾ ਸੀ ਸਰਪੰਚ ਸਾਹਿਬ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਹੀਂ ਦੱਸੀ ਹੈ, ਘਾਲ ਖਾਏ ਕਿ ਛੱਤੋਂ ਤੇ ਨਾਨਕ ਰਾਹ ਪਛਾਣੇ ਸੇ, ਉਸ ਤੇ ਚਲਦਿਆਂ ਹੋਇਆਂ ਇਹਨਾਂ ਆਪਣਾ ਜੀਵਨ ਬਸਰ ਕੀਤਾ ਤੇ ਬਹੁਤ ਨੇਕ ਨਾਮੀ ਦਾ ਜੀਵਨ ਬਸਰ ਕੀਤਾ। ਕਿ ਉੱਥੇ ਹੀ ਅਸੀਂ ਜਦੋਂ ਜ਼ਿੰਦਗੀ ਤੇ ਆਉਂਦੇ ਹਾਂ ਤੇ ਲੋੜਦੇ ਹਾਂ ਕਿ ਪੀਰ ਕੰਬਰ ਵੀ ਲੋੜਦੇ ਆ ਕਿ ਗੁਰਬਾਣੀ ਦੇ ਵਿੱਚ ਕਿਆ ਜਾਣਾ ਕਿ ਮਰੇਂਗੇ कैसा मरना होए जे साहिब मनो ना विसरे का सहला मरना होए। जिथे परमात्मा ने उन्होंने परिवार के बहुत बुलंदियां बख्शियां क्योंकि नेक कमाई की सी, उत्थे उन्होंने जाती वारा भी किसी तो
कोई ज़्यादा सेवा नहीं कराई, किसी हस्पताल नहीं गए, अपने सारे परिवार के हत्थों के विच ही कुछ मिनटों के विच ही समाप्ति उन्होंने जिंदगी होगी। मैं सोचता कि परमात्मा ने उन्होंने जी नेक कमाई की हुई जिते परिवार को बुलंदियां लैके गया परमात्मा, उत्थे उन्होंने जीवन पीड़ा भी 2-4 मिनटों के विच समाप्त कर दी। ये बहुत जेड़ा नेक नामी से चलन वाला परिवार, मैं बेनती करांगा कि अज परिवार को बहुत बुलंदियां से लैके गया परमात्मा। असी भी ये सिक्ख्या लईए कि कई बार साडा हुंदी है मन की आस भी वो कर लीए, उतों पैसे आ जाए, पर परमात्मा जे असी हक पराया नानका जे उत्थे चलीए तो परमात्मा वो गल छड्डदा नहीं। इस परिवार को भी बुलंदियां ते लिया है। मैं ज़्यादा दूर ना जावांगा, दिल दीयां गहराइयां दे विचों उन्होंने सत्कारयोग सरदार बापू मान सिंह जी को श्रद्धा के फल अर्पण करता हुआ उन्होंने बेटे सरदार जसवंत सिंह जी संधू साहब जोड़े प्रधान ने साडे नगर के मीत प्रधान ने, उन्होंने नाल मैं दुख साझा करता हुआ परमात्मा की अरदास करता है। संबत साहा लिखा मिलकर पावो तेर देहो सजत असीसड़ियां जो होवे साहब से उमेद। वाहिगुरू जी का खालसा वाहिगुरू। ये संसार की कृष्ण की जट्ठू हूँ मैं बेनती करांगा, इस परिवार में बहुत ही स्नेह रखने वाला कलाकी परिवार श्री विजय कुमार जी कलाकी हो कि वो बापू जी को श्रद्धा के फूल भेंट कर। श्री विजय कुमार जी परम सत्कारयोग सारी संगत जो श्री गुरु ग्रंथ साहब जी की हजूरी में बैठी है, सारे जने फतेह साझी करिए। वाहिगुरू जी का खालसा वाहिगुरू जी की फतेह। जिवें कि भाई गुरदास जी की वार है, गुरमुख जन्म सवार दरगे चलिया, सच्ची दरगे जाए सच्चा पेड़ मलिया। इन्हां वारां दे अनुसार ही साडे मानयोग बापू मान सिंह संधू जी इस संसार दे विच विचरदे हुए चंगी कमाई करके गए ने, परिवार को चंगी सेहत दे के गए ने। उन्हां दी शान दे विच मैं जिन्ना भी कहां मैनूं इवें लगदा है कि जिवें किसी सूरज नूं दीवा विखाउण दे बराबर हुंदा, क्योंकि जिन्हां ने अपने परिवार नूं अपने बच्चों नूं इन्हें सलीके दे नाल इस समाज दे विच विचरना सिखाया। गांव उन्हां दे जिन्ने भी होनहार सपुत्र ने, उन्हां दी नेक कमाई, उन्हां दा एका, उन्हां दा इतफाक इहो विखाउंदा कि बापू जी ने अपनी औलाद नूं, अपने पुत्र पोतियां नूं, पोतरियां नूं, पुत्रियां नूं चंगी सेहत दित्ती। इहो एक इंसान का फर्ज आ कि इस संसार से आन के सब तो पहला अपने गृहस्थी जीवन में, जिवें कि श्री गुरु नानक देव जी महाराज ने कहा है कि गृहस्थ भी एक जरा उत्तम मार्ग है, जरा इस विचरता होया इस संसार के विचरता होया चंगी कमाई करता है, नेक कमाई करता है, उसका भी दरगाह के मान होता है। सो परिवार के साडे संधू साहब प्रधान साहब जो नगर पंचायत के सीनियर मीत प्रधान ने, और आरती एसोसीएशन के भी साडे फेडरेशन के चैंपियन के प्रधान ने, उन्होंने जीवन भी और सारे भरा जसवंत सिंह, मंगल सिंह, गुरविंदर सिंह, बिल्लू जी, शिंदा जी, सारे ही इन्हें मिल वरतन वाले परिवार है कि जिन्नी भी इन्हों की तारीफ करिए वो थोड़ी है। सो इस सब का जो सिरा है वो मैं समझना कि बापू जी की जीवनी उन्होंने जो निग इस परिवार ने मानी है। सो थोड़ा जहा सानू भी निग मानने का समा मिलया है। तो 30 साल तो साडा भी गुलाटी परिवार, मुंगतरा गुलाटी परिवार इन्हों के नाल जुड़े रहे हैं। सो सानू भी उन्होंने को आशीर्वाद लैन का मौका मिला। मैं अपने दिल दी गहराइयों चो प्रधान श्री मुंगतराम जी साबका नगर पंचायत खेमगढ़ उन्होंने वालों और अपनी मार्केट एसोसीएशन खेमगढ़ वालों बापू जी की दिल दी गहराइयों श्रद्धा के फल भेंट करदा। वाहिगुरू जी का खालसा वाहिगुरू। मैं बेनती करांगा कसारी यूनियन के प्रधान सर सरजीत सिंह जी भूला जो विशली गुरु अपनी श्रद्धा के वोट भेंट करेंगे। सर सरजीत सिंह जी धन साहिब श्री गुरु ग्रंथ साहिब जी की पावन हजूरी में बैठे सरदार साध संगत जी आओ रसम करो पवित्र
ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਫੈ ਸਰਫੈ ਸਦਾ ਸਦਾ ਏਵੈ ਗਈ ਰਿਹਾਏ, ਨਾਨਕ ਕਿਸ ਨੂੰ ਆਖੀ ਹੈ ਬਿਨ ਪੁੱਛੇ ਨਹੀਂ ਜਾਏ। ਪਿਛਲੇ ਦਿਨੀ ਸਤਿਗੁਰੂ ਸਾਹਿਬ ਜੀ ਦਾ ਭਾਣਾ ਵਰਤਿਆ। ਸਾਡੇ ਅਤੀ ਸਤਿਕਾਰਯੋਗ ਬਾਪੂ ਮਾਨ ਸਿੰਘ ਨੇ ਸਾਨੂੰ ਸਦਾ ਲਈ ਵਿਛੋੜਾ ਦੇ ਕੇ ਚਲੇ ਗਏ। ਵੱਖ ਵੱਖ ਬੁਲਾਰਿਆਂ ਨੇ ਗੁਰਬਾਣੀ ਦੀ ਸੇਧ ਲੈ ਕੇ ਦੱਸਿਆ ਹੈ ਕਿ ਸੰਸਾਰ ਆਉਣ ਜਾਣ ਦਾ ਮੇਲਾ ਵਾ, ਜੀਣਾ ਝੂਠ ਤੇ ਮਰਨਾ ਸੱਚਾ। ਸੋ ਬਾਕੀ ਸੰਧੂ ਪਰਿਵਾਰ ਦੀ ਗੱਲ ਹੋਈ ਹੈ, ਕਹਿਣ ਕਥਨ ਦੀ ਗੱਲ ਨਹੀਂ ਕਿ ਠਾਠਾਂ ਮਾਰਦਾ ਇਕੱਠ ਹੀ ਦੱਸ ਰਿਹਾ ਕਿ ਸੰਧੂ ਪਰਿਵਾਰ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰ ਰਹੇ ਨੇ, ਕਿ ਜਿਹੜੀ ਕਿੰਨੀ ਇਹਨਾਂ ਨੇ ਇੱਜ਼ਤ ਕਮਾਈ ਆ। ਭਾਵੇਂ ਸਾਰੇ ਆਪਣੀ ਜਗ੍ਹਾ ਤੇ ਸਾਰਾ ਇਹਨਾਂ ਦਾ ਸਿਸਟਮ ਵਧੀਆ ਵਾ, ਆਪੋ ਆਪਣੀ ਜ਼ਿੰਮੇਵਾਰੀਆਂ ਸਾਂਭੀਆਂ ਨੇ, ਪਰ ਸਾਧ ਸੰਗਤ ਜਦੋਂ ਘਰ ਦਾ ਕੋਈ ਮੁਖੀ ਚਲੇ ਜਾਂਦਾ ਵਾ ਤੇ ਜਿਹੜੀ ਸ਼ਾਮ ਆ ਮੋੜ ਦੀ ਉਹ ਚਲ ਜਾਂਦੀ ਆ, ਬੜਾ ਔਖਾ ਹੁੰਦਾ ਵਾ। ਕਿਉਂਕਿ ਬਜ਼ੁਰਗਾਂ ਦਾ ਉਹਨਾਂ ਦੇ ਸੰਸਕਾਰ ਜਿਹੜੇ ਨੇ ਉਹ ਹੁਸਨ ਹੀ ਇਸ ਤਰ੍ਹਾਂ ਦਾ ਹੁੰਦਾ ਵਾ ਕਿ ਬੈਠੇ ਨੇ ਤੇ ਬੰਦਾ ਉੱਡਿਆ ਫਿਰਦਾ ਕੰਮ ਕਰਦਾ ਵਾ। ਅੱਜ ਭਾਵੇਂ ਇਹਨਾਂ ਨੇ ਕੰਮ ਸਾਰੇ ਅੱਗੇ ਵੀ ਜ਼ਿੰਮੇਵਾਰੀਆਂ ਸਾਂਭੀਆਂ ਨੇ, ਗਾਂ ਵੀ ਇਹਨਾਂ ਨੇ ਸਾਂਭਣੀਆਂ ਨੇ, ਪਰ ਅੱਜ ਬਹੁਤ ਵੱਡਾ ਭਾਰ ਪੈ ਗਿਆ ਇਹਨਾਂ ਤੇ। ਅਸੀਂ ਅਰਦਾਸ ਕਰੂੰਗਾ ਮੈਂ ਗੁਰੂ ਸਾਹਿਬ ਅੱਗੇ ਪ੍ਰਮਾਤਮਾ ਸਰਦਾਰ ਮਾਨ ਸਿੰਘ ਉਹਨਾਂ ਨੂੰ, ਕਿਉਂਕਿ ਜੀਵਨ ਵਿੱਚ ਜਿੰਨਾ ਕੁ ਅਸੀਂ ਜਾਣਦੇ ਹਾਂ, ਸਾਡੇ ਵੱਡੇ ਜਾਣਦੇ ਆ, ਕੋਈ ਇਹਨਾਂ ਦਾ ਇੱਦਾਂ ਦਾ ਨਹੀਂ ਹੈਗੀ, ਪਰ ਸੰਸਾਰ ਦੇ ਵਿੱਚ ਵਿਚਰਦਿਆਂ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਅੱਗੇ ਇਹੀ ਅਰਦਾਸ ਕਰਕੇ ਕਿ ਪ੍ਰਮਾਤਮਾ ਭੁੱਲ ਚੁੱਕ ਦੀ ਖਿਮਾ ਕਰਿਓ, ਸਰਦਾਰ ਮਾਨ ਸਿੰਘ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇੱਕ ਚੀਜ਼ ਦੀ ਮੈਂ ਵਿਚਾਰ ਕਰਨੀ ਆ, ਮਹਾਂਪੁਰਸ਼ ਸਾਡੇ ਅਤੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਹੋਣੀ, ਜਿਨ੍ਹਾਂ ਨੇ ਬੜੀ ਕਿਰਪਾ ਵਾ ਕਿ ਪਹਿਲੇ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਦਰਬਾਰ ਬਣਾਇਆ, ਫਿਰ ਇੱਥੇ ਚੈਨ ਸਾਹਿਬ ਦੀ, ਸਾਡੇ ਥੰਮ ਸਾਹਿਬ ਦੀ ਸੇਵਾ ਇਹਨਾਂ ਨੇ ਕੀਤੀ ਆ। ਸਾਧ ਸੰਗਤ ਗੁਰੂ ਸਾਹਿਬ ਦੀ ਖੇਮ ਕਰਨ ਕਿੰਨਾ ਵੱਡਾ ਵੀ ਸਮਾਗਮ ਹੋ ਜਾਏ ਕਿ ਉੱਥੇ ਸਮਾਇਆ ਜਾਂਦਾ ਵਾ। ਅੱਜ ਤਕਰੀਬਨ ਬਹੁਤ % ਐਵਰੇਜ ਹੈ ਕਿ ਵਿਆਹ ਵੀ ਉੱਥੇ ਹੋਣ ਲੱਗ ਪਏ ਨੇ। ਤੇ ਇੱਥੇ ਚੈਨ ਸਾਹਿਬ ਆ, ਇਹ ਕਿੰਨਾ ਵੱਡਾ ਸਮਾਗਮ ਆ, ਪਰ ਸਾਰੇ ਮਹਾਂਪੁਰਸ਼ਾਂ ਦੀ ਦਇਆ, ਇਹਨਾਂ ਨੇ ਬੰਤਰ ਇਸ ਤਰ੍ਹਾਂ ਦੀ ਬਣਾਈ ਕਿ ਸਾਰਾ ਪਰਿਵਾਰ ਅੱਜ ਇੱਥੇ ਬੈਠਾ ਵਾ। ਸੋ ਮੈਂ ਆਪਣੇ ਪੰਜਾਬ ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਵੱਲੋਂ ਮਹਾਂਪੁਰਸ਼ਾਂ ਦਾ ਧੰਨਵਾਦ ਵੀ ਕਰਦਾ ਵਾਂ ਕਿ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਨੇ, ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ਣ, ਤਾਂ ਵੀ ਇਹ ਪੰਥ ਦੀ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹਿਣ। ਸੋ ਮੈਂ ਆਪਣੀ ਪੰਜਾਬ ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਵੱਲੋਂ ਬਾਪੂ ਮਾਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਦੇਵੋ ਸੱਜਣ ਅਸੀਸਾਂ ਜੋ ਹੋਵੇ ਸਾਹਿਬ ਸੰਵੇਦ, ਪਰਮਾਤਮਾ ਜੀ ਕਿਰਪਾ ਕਰਿਓ। ਦਾਸ ਤੋਂ ਤੁਹਾਡੇ ਨਾਲ ਵਿਚਾਰ ਕਰਦੇ ਹਾਂ, ਭੁੱਲਾਂ ਹੋ ਗਈਆਂ ਹੋਣਗੀਆਂ ਮਾਫੀ ਬਖਸ਼ਣੀ। ਵਿਚਾਰਾਂ ਸਾਧ ਸੰਗਤ ਜਿੰਨੀਆਂ ਮਰਜ਼ੀ ਲੱਗੀਆਂ ਕਰ ਲਈਏ, ਪਰ ਜੋ ਸਟੇਜ ਦੀ ਮਰਜ਼ਾਦਾ ਨੂੰ ਮੁੱਖ ਰੱਖਣਾ ਚਾਹੀਦਾ ਵਾ। ਮੇਰੀਆਂ ਭੁੱਲਾਂ ਮੇਰੀ ਝੋਲੀ, ਬੁਲਾਓ ਗੱਜ ਕੇ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਇਹ ਸਾਨੂੰ ਸਰਜੀਤ ਸਿੰਘ ਜੀ ਪੂਰਾ ਮੈਂ ਬੇਨਤੀ ਕਰਾਂਗਾ। ਆਮ ਆਦਮੀ ਪਾਰਟੀ ਤੋਂ ਸਾਡੇ ਕੋਲ ਸਰਦਾਰ ਸਿੰਘ ਜੀ ਲਾਟਾ ਬੈਠੇ ਨੇ, ਤੋਂ ਸਰਦਾਰ ਸਿੰਘ ਜੀ ਲਾਟਾ ਬਾਪੂ ਜੀ ਬਾਬਾ ਸਾਹਿਬ ਦਾ ਰਿਪੋਰਟ ਕਰਨੀ। ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਮਾਨ ਸਿੰਘ ਜੀ ਸੰਧੂ, ਉਹਨਾਂ ਦੇ ਦੁਸਹਿਰੇ ਤੇ ਇਲਾਕੇ ਦੀਆਂ ਮਾਨਮੱਤੀਆਂ ਸ਼ਖਸੀਅਤਾਂ, ਸਭ ਤੋਂ ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਬੁਲਾਰਿਆਂ ਨੇ ਬਾਪੂ ਜੀ ਦੇ ਜੀਵਨ ਬਾਰੇ ਦੱਸਿਆ ਔਰ ਉਹਨਾਂ ਦੇ ਪਰਿਵਾਰ ਬਾਰੇ ਦੱਸਿਆ। ਇਹ ਬਿਲਕੁਲ ਸੱਚ ਹੈ, ਇਸ ਤਰ੍ਹਾਂ ਦੇ ਪਰਿਵਾਰ ਬਹੁਤ ਘੱਟ ਔਰ ਬਾਪੂ ਜੀ ਵਰਗਾ ਜੀਵਨ ਬਹੁਤ ਘੱਟ ਲੋਕ ਜਿਉਂਦੇ ਜਾਂਦੇ ਨੇ। ਕਿਉਂਕਿ ਮੈਂ ਵੀ ਇਸ ਪਰਿਵਾਰ ਨਾਲ ਵਿਚਰਿਆ ਹਾਂ, ਕਾਰੋਬਾਰੀ ਸਾਡਾ ਦੇਸ਼ ਦੇ ਸੰਧੂ ਸਾਹਿਬ ਹੋਣ ਨਾਲ ਬਹੁਤ ਇੱਜ਼ਤ ਮਾਣ ਦਿੰਦੇ ਰਹੇ ਨੇ ਸਾਰੇ ਪਰਿਵਾਰ ਦੇ ਨਾਲ। ਔਰ ਬਾਪੂ ਜੀ ਦੇ ਜੀਵਨ 'ਚੋਂ ਹੁਣੇ ਵੀਰ ਜੀ ਦੱਸਣ ਰਿਹਾ ਜੀ ਕਿ ਬਾਪੂ ਜੀ ਉਹਨਾਂ ਨੇ ਅਕਾਲ ਪੁਰਖ ਦੀ ਐਨੀ ਕਿਰਪਾ ਸੀ, ਜੇਕਰ ਪਰਿਵਾਰ ਉੱਤੇ ਵੀ ਤੇ ਬਾਪੂ ਜੀ ਦੀ ਸਿਹਤ ਉੱਤੇ ਵੀ, ਕਿ ਕਦੇ ਬਾਪੂ ਜੀ ਨੇ ਮੈਡੀਸਿਨ ਨਹੀਂ ਲਈ,
ਕਦੇ ਕੋਈ ਉਹਨਾਂ ਨੂੰ ਗਲੂਕੋਜ਼ ਨਹੀਂ ਲੱਗਾ। ਮੇਰਾ ਖਿਆਲ ਹੈ ਕਿ ਸ਼ਾਇਦ ਅੱਜ ਦੇ ਦੌਰ ਵਿੱਚ ਇਸ ਤੋਂ ਵੱਡੀ ਜੇਕਰ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਕਿਰਪਾ ਹੋਰ ਨਹੀਂ ਹੋ ਸਕਦੀ ਕਿ ਜਿਸ ਬੰਦੇ ਨੂੰ ਇਸ ਤਰ੍ਹਾਂ ਦੇ ਮਾਹੌਲ ਵਿੱਚ ਜਿਉਣਾ, ਇੰਨਾ ਵਧੀਆ ਜੀਵਨ ਜੀ ਕੇ ਗਏ ਨੇ। ਔਰ ਸੰਧੂ ਪਰਿਵਾਰ ਇੱਕ ਸਾਡੇ ਪੂਰੇ ਏਰੀਏ ਵਿੱਚ ਮਾਣ ਵਾਲਾ ਪਰਿਵਾਰ ਹੈ, ਬਹੁਤ ਸਤਿਕਾਰਯੋਗ ਹੈ। ਔਰ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚੀ ਆਮ ਆਦਮੀ ਪਾਰਟੀ ਹਲਕਾ ਖੇਮਕਰਨ ਵੱਲੋਂ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਔਰ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹਾਂ। ਇਹ ਅਕਾਲ ਪੁਰਖ ਵਾਹਿਗੁਰੂ ਬਾਪੂ ਬਾਣ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਔਰ ਪਿੱਛੋਂ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਔਰ ਉਹਨਾਂ ਦੇ ਜੀਵਨ ਤੋਂ ਜੀਵਨ ਸੇਧ ਲੈ ਕੇ ਜੀਵਨ ਜਿਉਣ ਦੀ ਜਾਚਨਾ ਬਖਸ਼ਿਸ਼ ਕਰਨੀ। ਇਹਨਾਂ ਹੀ ਕਹਿੰਦਾ ਖਿਮਾ ਦਾ ਜੱਜ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਪੰਜਾਬ ਦੀ ਬਹੁਤ ਵੱਡੀ ਸ਼ਖਸੀਅਤ ਸਰ ਸਰਵਨ ਸਿੰਘ ਜੀ ਤੋਂ ਉਹ ਆਉਣਗੇ ਬਾਪੂ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਰ ਸਰਵਨ ਸਿੰਘ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਮੂਹ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ, ਅੱਜ ਆਪਾਂ ਸਰਦਾਰ ਮਾਨ ਸਿੰਘ ਸੰਧੂ ਸਾਹਿਬ ਉਹਨਾਂ ਦੀ ਅੰਤਮ ਅਰਦਾਸ ਵਿੱਚ ਬੈਠੇ ਹਾਂ। ਮਹਾਰਾਜ ਜੀ ਦੇ ਬਾਣੀ ਦਾ ਫਰਮਾਨ ਹੈ, ਮਨ ਲਿਖਾਏ ਮੰਡਲ ਮੇ ਆਏ। ਆਪ ਜੋ ਵੀ ਜੀਵ, ਜੋ ਵੀ ਪ੍ਰਾਣੀ ਦੇ ਸੰਸਾਰ ਤੇ ਆਉਂਦਾ ਉਹ ਆਪਣਾ ਮਰਨਾ ਲਿਖਾ ਕੇ ਆਉਂਦਾ। ਇਸੇ ਤਰ੍ਹਾਂ ਹੀ ਸਰਦਾਰ ਮਾਨ ਸਿੰਘ ਜੀ ਸੰਧੂ ਸਾਹਿਬ, ਜਿੰਨੀ ਪ੍ਰਮਾਤਮਾ ਨੇ ਉਹਨਾਂ ਨੂੰ ਉਮਰ ਬਖਸ਼ੀ ਸੀ, ਉਹ ਆਪਣੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਚਲੇ ਗਏ। ਗੁਰੂ ਸਾਧ ਸੰਗਤ, ਮੇਰੇ ਤੋਂ ਪਹਿਲਾਂ ਬੋਲਦਿਆਂ ਬੁਲਾਰਿਆਂ ਨੇ ਸਰਦਾਰ ਮਾਨ ਸਿੰਘ ਸੰਧੂ ਸਾਹਿਬ ਤੇ ਉਹਨਾਂ ਦੇ ਪਰਿਵਾਰ ਬਾਰੇ ਜ਼ਿਕਰ ਕੀਤਾ ਹੈ। ਗੁਰੂ ਸਾਧ ਸੰਗਤ, ਮੈਂ ਸਮਝਦਾ ਕਿ ਜਿਹੜਾ ਸੰਧੂ ਪਰਿਵਾਰ ਹੈ ਉਹ ਕਿਸੇ ਦੀ ਜਾਣ ਪਛਾਣ ਦੇ ਮੁਹਤਾਜ ਨਹੀਂ, ਕਿਉਂਕਿ ਜਿੰਨੀ ਤਰੱਕੀ ਸੰਧੂ ਪਰਿਵਾਰ ਨੇ ਕੀਤੀ ਹੈ ਔਰ ਮੈਂ ਸਮਝਦਾ ਉਹਨਾਂ ਦਾ ਇਕੱਲੇ ਖੇਮਕਰਨ ਨਾਲ ਕੀਤੀ ਨਹੀਂ, ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸੰਧੂ ਪਰਿਵਾਰ ਦਾ ਨਾਂ ਹੈ। ਮੇਰਾ ਵੀ ਸਰਦਾਰ ਹਰਭਜਨ ਸਿੰਘ ਜੀ ਸੰਧੂ ਸਾਹਿਬ, ਉਹਨਾਂ ਨਾਲ ਭਰਾਵਾਂ ਵਰਗਾ ਪਿਆਰ ਹੈ ਤੇ ਜਿੰਨੇ ਉਹ ਪਿੱਠ ਬੁੱਲੜੇ ਹੈ ਔਰ ਜਿੰਨਾ ਉਹਨਾਂ ਦਾ ਚੰਗਾ ਸੁਭਾਅ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਬਜ਼ੁਰਗਾਂ ਨੇ ਕਿੰਨੇ ਚੰਗੇ ਸੰਸਕਾਰ ਦਿੱਤੇ ਸੀ, ਜਿਸ ਦੀ ਬਦੌਲਤ ਉਹਨਾਂ ਨੇ ਸਮਾਜ ਦੇ ਵਿੱਚ ਆਪਣੀ ਇੱਕ ਚੰਗੀ ਥਾਂ ਗੁਰੂ ਸਾਧ ਸੰਗਤ ਨੂੰ ਬਣਾਈ ਹੈ। ਗੁਰੂ ਸਾਧ ਸੰਗਤ, ਜਿਹੜਾ ਪਿਤਾ ਦਾ ਰੁਤਬਾ ਹੈ, ਉਹਨਾਂ ਨੂੰ ਲਫ਼ਜ਼ਾਂ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ, ਕਿਉਂਕਿ ਪਿਆਰ ਜਿਹਾ ਕਿਤੇ ਅਮਰਤ ਨਹੀਂ, ਨਫ਼ਰਤ ਵਰਗੀ ਗੈਰ ਨਹੀਂ, ਪਿਓ ਵਰਗਾ ਸਿਰ ਹੱਥ ਨਹੀਂ ਤੇ ਮਾਂ ਵਰਗਾ ਕਿਤੇ ਪੈਰ ਨਹੀਂ। ਜੇ ਪਿਤਾ ਦਾ ਸਿਰ ਤੇ ਹੱਥ ਹੋਵੇ, ਬੰਦਾ ਵੱਡੀਆਂ ਵੱਡੀਆਂ ਆਫਤਾਂ ਨਾਲ ਟਕਰਾ ਜਾਂਦਾ, ਕਿਉਂਕਿ ਜਿੰਨਾ ਵੀ ਸਿਸਟਮ, ਜਿੰਨਾ ਵੀ ਤਰੱਕੀ ਜਿਹੜੀ ਕੀਤੀ ਹੈ ਸੰਧੂ ਪਰਿਵਾਰ ਨੇ, ਮੈਂ ਸਮਝਦਾ ਕਿ ਸਾਡੇ ਉਹਨਾਂ ਬਜ਼ੁਰਗਾਂ ਦੀ ਦੇਣ ਹੈ ਜਿਹੜੇ ਪਾਕਿਸਤਾਨ ਵਿੱਚੋਂ ਉੱਠ ਕੇ ਆ ਕੇ ਜਿਨ੍ਹਾਂ ਨੇ ਸਾਰੀ ਉਮਰ ਘਾਲਣਾ ਕੀਤੀ ਔਰ ਨੇਕ ਕਮਾਈ ਕੀਤੀ। ਨੇਕ ਕਮਾਈ ਕਰਕੇ ਅੱਜ ਉਹਨਾਂ ਨੇ ਆਪਣੇ ਪਰਿਵਾਰ ਨੂੰ ਇੱਕ ਚੰਗੇ ਮੁਕਾਮ ਤੇ ਵੀ ਪਹੁੰਚਾਇਆ। ਗੁਰੂ ਸਾਧ ਸੰਗਤ ਬੈਠੇ ਨੇ ਬਾਬਾ ਅਵਤਾਰ ਸਿੰਘ ਜੀ ਸੰਤ ਮਹਾਂਪੁਰਸ਼, ਹੋਰ ਵੀ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਬੈਠੀਆਂ। ਉਹ ਮੈਂ ਸਮਝਦਾ ਕਿ ਸਾਡੇ ਬਜ਼ੁਰਗਾਂ ਦੇ ਪਿਆਰ ਸਦਕਾ ਔਰ ਅੱਜ ਦਾ ਜਿਹੜਾ ਇਕੱਠ ਹੈ ਉਹ ਵੀ ਇਸ ਗੱਲ ਦੀ ਗਵਾਹੀ ਭਰਦਾ ਕਿ ਕਿੰਨਾ ਇਸ ਪਰਿਵਾਰ ਦਾ ਨਾਂ ਸੀ ਔਰ ਕਿੰਨੀ ਬਾਪੂ ਜੀ ਨੇ ਨੇਕ ਕਮਾਈ ਕੀਤੀ ਹੈ। मौत उसी की है जिसका करे जमाना अफसोस, जिनको दुनिया में आते हैं मरने के लिए सब लोग। गुरु साध संगत, ਜਿਹੜਾ ਵੀ ਪ੍ਰਾਣੀ ਇਸ ਸੰਸਾਰ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ, ਪਰ ਜਿਹੜੇ ਲੋਕ ਸਮਾਜ ਵਿੱਚ ਚੰਗਾ ਵਿਚਰ ਕੇ ਜਾਂਦੇ ਆ, ਜਿਹੜੇ ਲੋਕ ਸਮਾਜ ਵਿੱਚ ਕੋਈ ਚੰਗੇ ਕੰਮ ਕਰਕੇ ਜਾਂਦੇ ਆ, ਉਹਨਾਂ ਨੂੰ ਜਾਣ ਤੋਂ ਬਾਅਦ ਵੀ ਯਾਦ ਕੀਤਾ ਜਾਂਦਾ। ਮੈਂ ਇਹਨਾਂ ਲਫ਼ਜ਼ਾਂ ਨਾਲ ਆਪਣੇ ਸਤਿਕਾਰਯੋਗ ਸਰਦਾਰ ਮਾਨ ਸਿੰਘ ਜੀ ਸੰਧੂ ਸਾਹਿਬ ਨੂੰ ਸ਼ਬਦਾਂ ਦੇ ਫੁੱਲ ਭੇਟ ਕਰਦਾ ਹੈ। ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਾਹਿਬ। ਮੇਰੀ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਦਾ ਲੰਗਰ ਦਾ ਵਰਤ ਰਿਹਾ।
ਸਾਰੀ ਸੰਗਤ ਨੇ ਗੱਪਾ ਛਕ ਕੇ ਜਾਨੀ ਵਿਚਲ ਕਰਨੀ। ਸੋ ਹੁਣ ਪਰਿਵਾਰ ਵੱਲੋਂ ਸਰ ਬਲਵਿੰਦਰ ਸਿੰਘ ਜੀ, ਬਲਦੇਵ ਸਿੰਘ ਜੀ ਸੰਧੂ ਜੋ ਬਾਪੂ ਜੀ ਸਰ ਮਾਨ ਸਿੰਘ ਦੇ ਭਤੀਜੇ ਨੇ, ਉਹ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਕੇ ਸਰ ਬਲਦੇਵ ਸਿੰਘ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਹਸਤੀ ਵਿੱਚ ਸਾਡੀ ਮੋਦੀ ਸੰਸਦ ਜੀ ਆਓ ਗੱਜ ਕੇ ਖਾਲੀ ਵਾਹਿਗੁਰੂ ਜੀ ਕਾ ਖਾਲਸਾ। ਮੇਰੇ ਤਾਇਆ ਜੀ ਸਾਨੂੰ ਸਾਸੂ ਜੀ ਮੇਰੇ ਪਿਤਾ ਤੋਂ ਇੱਕ ਥਾਂ ਮੰਗੀ ਸੀ। ਅੰਡਰਸਟੈਂਡਿੰਗ ਬਹੁਤ ਜ਼ਿਆਦਾ ਸੀ ਮੇਰੀ ਉਹਨਾਂ ਨਾਲ। ਉਹਨਾਂ ਦੀ ਮੇਰੇ ਵਿੱਚ ਇੱਕ ਵਿਸ਼ਵਾਸ ਸੀ, ਭਰੋਸਾ ਸੀਗਾ। ਇਹ ਕਾਕਾ ਬੈਠਾ ਭਜਨ ਸਿੰਘ 18-19 ਸਾਲ ਦਾ ਸੀ, ਲੈ ਕੇ ਤੇ ਮੇਰੇ ਕੋਲ ਆ ਕੇ ਫਿਰੋਜ਼ਪੁਰ ਬੜੇ ਕੌਨਫੀਡੈਂਸ ਨਾਲ ਕਹਿੰਦੇ ਪੁੱਤਰਾ ਆ ਤੇਰੇ ਕੋਲ ਛੱਡ ਚੱਲਿਆ, ਤੇਰੇ ਹਵਾਲੇ ਕਰ ਚੱਲਿਆ, ਜੋ ਮਰਜ਼ੀ ਕਰ ਲੈ। ਫਿਰ ਇਹਨੂੰ ਦਿੱਲੀ ਲੈ ਕੇ ਗਿਆ, ਫਿਰ ਇਹਨੂੰ ਟੈਕਨੋਲੋਜੀ ਦੀ ਟ੍ਰੇਨਿੰਗ ਦਵਾਈ, ਫਿਰ ਕੰਪਨੀ ਚ ਲਵਾਇਆ। ਅੱਜ ਇਹ ਲਗਾਵੇ ਰਹਿੰਦੇ हैं और सारा क्रेडिट उन्होंने सारे परिवार को जाता है। देखो जिस परिवार के विच मत नहीं रलती कहना उन्होंने घर च नहीं, जिस घर के विच एक दूजे को सुनना माता है ही नहीं कहना उन्होंने घर च। जिन्होंने घरों में वंड के खाण की ते वंड के छकन की ते वंड के दुख सुख मनाउण की मर्यादा होवे ना, उन्होंने घरों च कभी करना याद रखा जी। मैं एक जन वाहगुरू जी का खालसा ते वाहगुरू जी की फतेह बुला दी। अगों पता की कहता जी भाजी मैं पहचानिया नहीं। मैं कहा गुरुआ मैं तो वो फतेह बुलाउंदे हाँ, आप ही थोड़ी बुलाउंदे हाँ। याद रखा जी वो फतेह बुलाओगे ते तुसीं वो मकाम हासिल करोगे, सदा ही फतेह च रहोगे, सदा पाना पिया सभी भी। जिहड़ा नहीं जानता उन्होंने बुलाओगे तो उसदे नाल दोस्ती बन जाएगी। तो किन्ने फायदे ने। जिहड़ा जानता उन्होंने फतेह बुलाई ते रसना पवित्र होगी बाबा जी। ते जिहड़ा तुहानूं नहीं जानता, जिहड़ा कहंदा मैं तैनूं पहचानिया ही नहीं, ते आपे पहचानण लग पेगा। अज तो बाद आखो सतनाम जी पहचान तक लाउणी है। तू तो हिसाब किताब भी लाउने है कि पहले मैनूं ये बुलावे, मैं फतेह बुलाउण लगे घटण डिया छेती करिए जे काम च आप फतेह बुला ली फटाफट। तो प्यारिओ ये हरभजन सिंह को बड़ा क्रेडिट जाता है। मैं ये बेहद प्यार करना कि मेरा बड़ी रिस्पैक्ट करता है। सारा परिवार ही रिस्पैक्ट योग है क्योंकि सारी क्रेडिट बापू जी को जाता है, ताया जी। इन्होंने सारे परिवार के विच ना एक सलीका यह बना के रखा कि जो भी रहो, और अजे तक सारे जुड़े रहे हैं। देखो जिस परिवार के विच भावें 3 फैमिलियां ने पर कट्ठियां बह के खांदियां ने, कट्ठियां दरानियां जठानियां मंजे ते बैठियां रहंदियां ने, उस तो बड़ा स्वर्ग इस वक्त कोई नहीं। जे गल याद रख लिया कि पल्ले बन लिया। आप तो फूक कट्टी तुरे फिरने सारे कौन बेटियां ने, कोई नहीं बेटे, सब मैं मेरी खेलते। इस करके मैं उस स्वर्ग कहना जिसे दरानियां ते जठानियां ते बच्चे इकट्ठे खेलते हैं। हवेली मेरी नहीं हैगी 3 कनाल दी। मेरे बच्चे बाहर ने, कहते पापा जी अगर तुसी भरावां ने कंध खिंच ली आपके घर, असीं नहीं आना इस तो बाद, साडा ये घर नहीं हैगा। सो प्यारिओ गल पल्ले बन गई। इन्हां औरतां चाचियां दा इन्हां पता लग गया भी इकट्ठे ही रहना। कहना असीं कंधां नहीं देखियां ते ना ही असां कंधां देखणियां। सो ये नहीं बेनती मैं करता होया जेड़े भी दूरों नेड़ों साध संगत आई है, और खास करके पतवंते सज्जन जिन्होंने आपका टाइम कढ़िया, सारे ने बापू जी को श्रद्धांजलि देने वास्ते उन्होंने मैं तहे दिल नाल आपदे वालों ये सारे सब परिवार वालों बड़ा ही ऋणी हाँ। तुसीं कित्थों तेल बचा के प्यार की खातर आए जे, बड़ी दूरों दूरों आई है। बड़े हिसाब लाने आप आउण लगे, इन्ना खर्चा किवें बनना है, किवें मुड़ना है, किवें जाना है। बड़े धनदाई हो जे तुसीं सारे दे सारे। मैं एक बार फिर शुकराना करना इस परिवार वालों, आप सारे का धन्यवाद करना कि अखीरले समय बापू की श्रद्धांजलि देने की सारे ने आपका कीमती समा कढ़िया। आओ गज के लाइए। वाहिगुरू जी का खालसा वाहिगुरू